गुड आफ्टरनून स्टूडेंट्स अपने लास्ट वीडियो ਦੇ ਵਿੱਚ ਆਪਾਂ ਸੈੱਟ ਥਿਊਰੀ ਬਾਰੇ ਪੜਿਆ ਤੇ ਉਹ ਆਪਣਾ ਚੈਪਟਰ ਟੌਪਿਕ ਕੰਪਲੀਟ ਹੋ ਚੁੱਕਿਆ। ਤੁਸੀਂ ਸੈੱਟ ਬਾਰੇ ਪੜਿਆ, ਉਸ ਨਾਲ ਰਿਲੇਟਡ ਕੁਐਸਚਨਸ ਕੀਤੇ, ਉਸ ਨਾਲ ਰਿਲੇਟਡ ਕਈ ਸਾਰੇ ਪ੍ਰੋਪਰਟੀਜ਼ ਲਾ ਵਗੈਰਾ ਕੀਤੇ, ਠੀਕ ਹੈ, ਫਾਰਮੂਲਾਜ਼ ਪੜ੍ਹੇ। ਹੁਣ ਆਪਾਂ ਇੱਕ ਨਵਾਂ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ। ਦਿਸ ਇਜ਼ ਦ 4th ਚੈਪਟਰ ਆਫ ਯੂਰ NCERT ਬੁੱਕ, ਵੈਰੀ ਈਜ਼ੀ ਚੈਪਟਰ, ਪ੍ਰਿੰਸੀਪਲ ਆਫ ਮੈਥਮੈਟੀਕਲ ਇੰਡਕਸ਼ਨ, ਠੀਕ ਹੈ। ਪ੍ਰਿੰਸੀਪਲ ਆਫ ਮੈਥਮੈਟੀਕਲ ਇੰਡਕਸ਼ਨ ਦੇ ਵਿੱਚ ਕੀ ਹੈ, ਇਸ ਦੇ ਵਿੱਚ ਬੱਚੇ ਤੁਹਾਡੇ ਕੋਲ ਨਾ ਇੱਕ ਸਟੇਟਮੈਂਟ ਦਿੱਤੀ ਵੀ ਹੋਏਗੀ ਹਰ ਇੱਕ ਕੁਐਸਚਨ ਦੇ ਵਿੱਚ, ਤੇ ਤੁਹਾਨੇ ਕੀ ਕਰਨਾ ਹੋਇਆ ਕਰੇਗਾ, ਉਸ ਸਟੇਟਮੈਂਟ ਨੂੰ ਸਾਰੇ ਨੈਚੁਰਲ ਨੰਬਰ ਦੇ ਲਈ ਪ੍ਰੂਵ ਕਰਨਾ ਹੋਇਆ ਕਰੂਗਾ ਕਿ ਉਹ ਸਟੇਟਮੈਂਟ ਕੀ ਸਾਰੇ ਨੈਚੁਰਲ ਨੰਬਰ ਲਈ ਟਰੂ ਹੈਗੀ ਹੈ, ਠੀਕ ਹੈ। ਤਾਂ ਉਸ ਦੇ ਲਈ ਨਾ ਆਪਾਂ ਇੱਕ ਪ੍ਰਿੰਸੀਪਲ ਲਗਾਇਆ ਕਰਾਂਗੇ ਮੈਥਮੈਟੀਕਲ ਇੰਡਕਸ਼ਨ, ਆਪਾਂ ਉਸ ਦੀ ਹੈਲਪ ਦੇ ਨਾਲ ਕਰਿਆ ਕਰਾਂਗੇ ਕੁਐਸਚਨ ਨੂੰ ਪ੍ਰੂਵ। ਕਿਉਂਕਿ ਆਪਾਂ ਦੇਖੋ, ਜਦ ਤੁਹਾਨੂੰ ਕੋਈ ਸਟੇਟਮੈਂਟ ਨੈਚੁਰਲ ਨੰਬਰ ਦੇ ਲਈ ਦੇਤੀ ਤਾਂ ਤੁਸੀਂ ਹਰ ਇੱਕ ਨੈਚੁਰਲ ਨੰਬਰ ਉਸ ਦੇ ਵਿੱਚ ਆਪਣੇ ਕੋਲ ਮੁਸ਼ਕਿਲ ਹੈ ਕਿ ਆਪਾਂ ਉਸ ਨੂੰ ਪੁੱਟ ਕਰਕੇ ਦੇਖ ਸਕੀਏ। ਤਾਂ ਉਸਦਾ ਇੱਕ ਫੰਡਾ ਹੈ, ਆਪਾਂ ਨੂੰ ਇੱਕ ਪ੍ਰਿੰਸੀਪਲ ਦਿੱਤਾ ਹੋਇਆ ਮੈਥਮੈਟੀਕਲ ਇੰਡਕਸ਼ਨ, ਠੀਕ ਹੈ। ਤੁਸੀਂ ਉਸ ਦੇ ਲਈ ਨਾ ਤੁਸੀਂ ਪਹਿਲਾਂ ਮੇਰੀ ਇੱਕ ਐਗਜ਼ਾਮਪਲ ਸੁਣੋ ਕਿ ਮੈਂ ਤੁਹਾਨੂੰ ਕੁਛ ਦੱਸਣ ਜਾ ਰਹੀ ਹਾਂ ਕਿ ਆਪਾਂ ਇਹ ਵਾਲਾ ਕਿਸ ਤਰੀਕੇ ਨਾਲ ਆਪਾਂ ਪ੍ਰੂਵ ਕਰ ਸਕਦੇ ਹਾਂ। ਮੰਨ ਲਓ ਤੁਸੀਂ ਕਿਤੇ ਗਏ ਹੈ ਨਾ, ਤੁਸੀਂ ਮਤਲਬ ਉੱਥੇ ਨਾ ਤੁਸੀਂ ਦੇਖਿਆ ਕਿ ਬਹੁਤ ਸਾਰੇ ਸਾਈਕਲ ਖੜੇ ਨੇ, ਬਹੁਤ ਜ਼ਿਆਦਾ ਸਾਈਕਲ, ਮਤਲਬ ਜਿਨ੍ਹਾਂ ਨੂੰ ਆਪਾਂ ਕਾਊਂਟ ਨਹੀਂ ਕਰ ਸਕਦੇ ਹੈਗੇ ਕਿ ਕਿੰਨੇ ਖੜੇ ਨੇ, ਮਤਲਬ ਲਗਾ ਲਓ ਲੈਕਸ ਦੇ ਵਿੱਚ ਨੇ ਉਹ ਸਾਈਕਲ, ਮਤਲਬ ਖੜੇ ਨੇ ਲਾਈਨ ਦੇ ਵਿੱਚ ਬਹੁਤ ਸਾਰੇ, ਠੀਕ ਹੈ। ਆਪਾਂ ਨੇ ਕੀ ਕੀਤਾ, ਤੁਸੀਂ ਇੱਕ ਵਾਰ ਨਾ ਮਤਲਬ ਥੋੜ੍ਹਾ ਧੱਕਾ ਲਗਾਇਆ ਕਿਸੇ ਫਸਟ ਸਾਈਕਲ ਨੂੰ ਧੱਕਾ ਲਗਾ ਕੇ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ ਸਾਰੇ ਸਾਈਕਲ ਗਿਰ ਗਏ। ਇੱਕ ਧੱਕਾ ਫਸਟ ਨੂੰ ਲਗਾ ਕੇ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ ਸਾਰੇ ਸਾਈਕਲ ਗਿਰ ਗਏ। ਔਰ ਸਾਡੇ ਵਾਸਤੇ ਇਹ ਚੀਜ਼ ਬਹੁਤ ਜ਼ਿਆਦਾ ਮੁਸ਼ਕਿਲ ਹੋ ਰਹੀ ਹੈ ਕਿ ਅਸੀਂ ਇੱਕ ਟਾਈਮ 'ਚ ਇਹ ਸਾਰੇ ਸਾਈਕਲਾਂ ਨੂੰ ਦੇਖ ਸਕੀਏ ਵੀ ਉਹ ਗਿਰ ਗਏ ਜਾਂ ਨਹੀਂ ਗਿਰੇ। ਤਾਂ ਆਪਾਂ ਉਸ ਦੇ ਵਿੱਚ ਨਾ ਇੱਕ ਆਪਾਂ ਫੰਡਾ ਯੂਜ਼ ਕਰਾਂਗੇ। ਕੀ ਯੂਜ਼ ਕਰਾਂਗੇ, ਆਪਾਂ ਨੇ ਇਹ ਚੀਜ਼ ਚੈੱਕ ਕਰਾਂਗੇ ਕਿ ਫਸਟ ਸਾਈਕਲ ਗਿਰਿਆ। ਜੇ ਫਸਟ ਸਾਈਕਲ ਗਿਰਿਆ ਹੋਏਗਾ ਤਾਂ ਹੀ ਅਗਲੇ ਸਾਈਕਲ ਦੇ ਉੱਪਰ ਉਸਦਾ ਇਫੈਕਟ ਪਏਗਾ ਨਾ। ਜੇ ਫਸਟ ਸਾਈਕਲ ਹੀ ਨਹੀਂ ਗਿਰਿਆ ਹੈਗਾ ਤਾਂ ਮਤਲਬ ਕਿ ਸਾਈਕਲ ਨਹੀਂ ਗਿਰੇ ਹੋਣਗੇ। ਪਹਿਲਾਂ ਤਾਂ ਤੁਸੀਂ ਕੀ ਚੈੱਕ ਕਰੋਗੇ ਕਿ ਉਹ ਫਸਟ ਸਾਈਕਲ ਗਿਰ ਗਿਆ, ਠੀਕ ਹੈ। ਜੇ ਮੰਨ ਲਓ ਫਸਟ ਸਾਈਕਲ ਗਿਰ ਗਿਆ, ਉਸ ਨਾਲ ਅੱਗੇ ਕਿਵੇਂ ਚੈੱਕ ਕਰਾਂਗੇ। ਫਿਰ ਦਿਸ ਇਜ਼ ਯੂਰ ਫਸਟ ਸਟੈਪ, ਠੀਕ ਹੈ। ਦੈਨ ਯੂਰ ਸੈਕਿੰਡ ਸਟੈਪ, ਫਿਰ ਤੁਸੀਂ ਮੰਨ ਕੇ ਚੱਲੋਗੇ ਕਿ ਚਲੋ ਤੁਹਾਡਾ ਕੋਈ ਵੀ ਮੰਨ ਲਓ ਕੋਈ ਵੀ ਇੱਕ ਸਾਈਕਲ ਗਿਰਿਆ ਤਾਂ ਤੁਸੀਂ ਥਰਡ ਮੈਂ ਤੁਹਾਨੂੰ ਸਮਝਾਉਂਦੀ ਇਸ ਨਾਲ ਥੋੜ੍ਹਾ ਕਿਵੇਂ ਪ੍ਰੂਵ ਹੋਏਗਾ। ਤੁਸੀਂ ਮੰਨ ਕੇ ਚੱਲੋਗੇ ਵੀ ਸਾਡਾ ਕੋਈ ਕੇਥ ਸਾਈਕਲ ਗਿਰ ਗਿਆ, ਫਿਰ ਤੁਸੀਂ ਪ੍ਰੂਵ ਕਰੋਗੇ ਕਿ ਜੇ ਕੇਥ ਸਾਈਕਲ ਗਿਰਿਆ, ਥਰਡ ਸਟੈਪ ਤੁਸੀਂ ਪ੍ਰੂਵ ਕਰੋਗੇ ਕਿ ਫਿਰ ਪੱਕਾ ਉਸ ਤੋਂ ਅਗਲਾ ਸਾਈਕਲ ਗਿਰਿਆ। ਜੇ ਤੁਹਾਡੇ ਕੋਲ ਉਸ ਤੋਂ ਅਗਲਾ ਸਾਈਕਲ ਗਿਰਿਆ ਹੋਇਆ ਤਾਂ ਮਤਲਬ ਤੁਸੀਂ ਕਹਿ ਦੋਗੇ ਕਿ ਤੁਹਾਡੇ ਕੋਲ ਸਾਰੇ ਸਾਈਕਲ ਗਿਰ ਗਏ। ਹੁਣ ਤੁਸੀਂ ਮੈਨੂੰ ਇਹ ਕਹੋਗੇ ਕਿ ਮੈਡਮ ਇਸ ਨਾਲ ਕਿਵੇਂ ਪ੍ਰੂਵ ਹੋ ਜਾਏਗਾ। ਦੇਖੋ ਧਿਆਨ ਨਾਲ, ਪਹਿਲਾਂ ਤਾਂ ਤੁਸੀਂ ਸਟੈਪ 'ਚ ਇਹ ਕਰੋਗੇ ਕਿ ਫਸਟ ਸਾਈਕਲ ਗਿਰਿਆ ਹੈ ਨਾ, ਫਿਰ ਤੁਸੀਂ ਸੈਕਿੰਡ ਸਟੈਪ 'ਚ ਮੰਨ ਕੇ ਚੱਲੋਗੇ ਕਿ ਕੇਥ ਸਾਈਕਲ ਗਿਰਿਆ, ਅਤੇ ਥਰਡ ਸਟੈਪ 'ਚ ਪ੍ਰੂਵ ਕਰੋਗੇ ਕਿ ਉਸ ਤੋਂ ਅਗਲਾ ਸਾਈਕਲ ਗਿਰਿਆ, ਠੀਕ ਹੈ। ਇਸ ਨਾਲ ਕਿਵੇਂ ਪ੍ਰੂਵ ਹੋਇਆ, ਫਸਟ ਸਾਈਕਲ ਤੁਹਾਨੂੰ ਪਤਾ ਲੱਗ ਗਿਆ ਗਿਰ ਚੁੱਕਿਆ, ਅਤੇ ਤੁਹਾਨੇ ਸੈਕਿੰਡ ਸਟੈਪ 'ਚ ਮੰਨਿਆ ਵੀ ਜੇ ਕੋਈ ਇੱਕ ਸਾਈਕਲ ਕੇਥ ਗਿਰਦਾ ਤਾਂ ਉਸ ਤੋਂ ਅਗਲਾ ਸਾਈਕਲ ਪੱਕਾ ਗਿਰ ਲਿਆ, ਮਤਲਬ K+1 ਸਾਈਕਲ ਗਿਰ ਲਿਆ। ਇਸ ਤੋਂ ਕੀ ਪਤਾ ਲੱਗਿਆ ਵੀ ਜੇ ਫਸਟ ਸਾਈਕਲ ਗਿਰਿਆ ਤੁਸੀਂ ਪ੍ਰੂਵ ਕਰਤਾ ਤਾਂ ਉਸ ਨਾਲ ਕੀ ਪ੍ਰੂਵ ਹੋ ਗਿਆ ਵੀ ਸੈਕਿੰਡ ਸਾਈਕਲ ਗਿਰ ਲਿਆ। ਕਿਉਂਕਿ ਜੇ ਕੇਥ ਸਾਈਕਲ ਗਿਰ ਲਿਆ ਆਪਾਂ ਸੈਕਿੰਡ ਸਟੈਪ 'ਚ ਮੰਨ ਕੇ ਚੱਲੇ ਤਾਂ ਆਪਾਂ ਇਹ ਪ੍ਰੂਵ ਕਰਤਾ ਵੀ ਜੇ ਕੋਈ ਕੇਥ ਸਾਈਕਲ ਗਿਰ ਲਿਆ ਤਾਂ ਉਸ ਤੋਂ ਅਗਲਾ ਸਾਈਕਲ ਪੱਕਾ ਗਿਰ ਲਿਆ। ਉਰੇ ਤੋਂ ਇਹੀ ਪ੍ਰੂਵ ਹੋਇਆ ਨਾ ਕਿ ਜੇ ਫਸਟ ਸਾਈਕਲ ਗਿਰਿਆ ਤਾਂ ਉਹਦੇ ਤੋਂ ਅਗਲਾ ਮਤਲਬ ਸੈਕਿੰਡ ਸਾਈਕਲ ਪੱਕਾ ਗਿਰਿਆ। ਹੁਣ ਜੇ ਸੈਕਿੰਡ ਸਾਈਕਲ ਗਿਰਿਆ ਉਹ ਚੀਜ਼ ਅੱਗੇ ਦੁਬਾਰਾ ਤੋਂ ਚੱਲੂਗੀ। ਕੇਥ ਨੂੰ ਆਪਾਂ ਇਸ ਵਾਰ 2 ਦੀ ਵੈਲਿਊ ਦੇ ਦਾਂਗੇ ਵੀ ਜੇ K2 ਸਾਈਕਲ ਗਿਰਿਆ ਤਾਂ ਉਸ ਤੋਂ ਅਗਲਾ ਥਰਡ ਸਾਈਕਲ ਗਿਰਿਆ ਹੋਏਗਾ। ਜੇ ਕੇਥ ਥਰਡ ਹੋ ਗਿਆ ਤਾਂ ਉਸ ਤੋਂ ਅਗਲਾ ਫੋਰਥ ਸਾਈਕਲ ਗਿਰਿਆ ਹੋਏਗਾ। ਇਸ ਦਾ ਮਤਲਬ ਕਿ ਸਾਰੇ ਸਾਈਕਲ ਗਿਰੇ ਹੋਣਗੇ। ਤਾਂ ਇਸ ਤਰੀਕੇ ਨਾਲ ਤੁਸੀਂ ਇਹੀ ਫੰਡਾ ਤੁਸੀਂ ਮੈਥਮੈਟੀਕਲ ਇੰਡਕਸ਼ਨ ਦੇ ਵਿੱਚ ਯੂਜ਼ ਕਰੋਗੇ। ਆਪਾਂ ਨੇ ਇਹ ਸਾਈਕਲ ਨਹੀਂ ਗਿਰਨੇ, ਆਪਾਂ ਜਸਟ ਇੱਕ ਸਟੇਟਮੈਂਟ ਹੀ ਟਰੂ ਕਰਨੀ ਹੈ। ਬਟ ਮੈਂ ਤੁਹਾਨੂੰ ਥੋੜ੍ਹਾ ਜਿਹਾ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰ ਲਈ ਸੀ ਕਿ ਆਪਾਂ ਇਹ ਚੀਜ਼ ਐਵੇਂ ਕਰਕੇ ਰਹੇ ਹੋ, ਕੁਐਸਚਨ ਦੇ ਵਿੱਚ ਤੁਹਾਨੂੰ ਹੋਰ ਕਲੀਅਰ ਹੋ ਜਾਊਗਾ। ਜਿਵੇਂ ਹੁਣ ਫੋਰ ਐਗਜ਼ਾਮਪਲ ਲਗਾਓ, ਤੁਹਾਨੂੰ ਫਸਟ ਕੁਐਸਚਨ ਹੈ, ਇੱਕ ਸਟੇਟਮੈਂਟ ਦਿੱਤੀ Pn ਇਜ਼ ਅ ਸਟੇਟਮੈਂਟ n² + n ਇਜ਼ ਈਵਨ। ਤੁਹਾਡਾ n² + n ਕੀ ਇੱਕ ਕਹਿੰਦੇ ਟਰੂ ਕਰੋ ਕਿ ਇਹ ਈਵਨ ਹੈ ਫॉर ऑल n ਬਿਲੋਂਗਸ ਟੂ ਨੈਚੁਰਲ ਨੰਬਰ। ਮਤਲਬ ਹਰ ਇੱਕ ਨੈਚੁਰਲ ਨੰਬਰ ਦੇ ਵਾਸਤੇ ਕੀ ਇਹ ਸਟੇਟਮੈਂਟ ਟਰੂ ਹੈ। ਹੁਣ ਤੁਸੀਂ ਕੀ ਕਰੋਗੇ, ਪਹਿਲਾਂ 1 ਪੁੱਟ ਕਰੋਗੇ, ਫਿਰ 2 ਪੁੱਟ ਕਰੋਗੇ, ਫਿਰ 3 ਪੁੱਟ ਕਰੋਗੇ, ਐਵੇਂ ਤਾਂ ਤੁਸੀਂ ਕਰਦੇ ਹੀ ਰਹਿ ਜਾਓਗੇ, ਲਾਈਫ ਖਤਮ ਹੋ ਜਾਊ। ਬਟ ਇਹ ਕੁਐਸਚਨ ਹੀ ਨਹੀਂ ਖਤਮ ਹੋਣਾ। ਤਾਂ ਆਪਾਂ ਉਹਦੇ ਲਈ ਇੱਕ ਪ੍ਰਿੰਸੀਪਲ ਯੂਜ਼ ਕਰਾਂਗੇ, ਡੈਟ ਇਜ਼ ਅ ਮੈਥਮੈਟੀਕਲ ਇੰਡਕਸ਼ਨ, ਠੀਕ ਹੈ। ਸਭ ਤੋਂ ਪਹਿਲਾਂ
फस्ट स्टैप इस 3 स्टैप्स करने हैं तो इस मैं थोड़ा साइकिल वाली एग्जाम्पल भी नाल रिलेट करी आऊँगी, थोड़ा क्लीयर हो जाएगी चंगी तरह। स्टैप फस्ट विच स्टैप फस्ट n = 1 के लिए रिजल्ट ट्रू करो कि n = 1 के लिए रिजल्ट ट्रू है बिकॉज जे n = 1 के लिए जिमें कि फस्ट साइकिल ही नहीं गिरा तो सारे साइकिल किमें गिर जाएंगे ना। जे n = 1 के लिए ये रिजल्ट ट्रू होएगा तो आप अगे बढ़ांगे, ठीक है। जे n = 1 लिए नहीं ट्रू तो अपना क्वेश्चन उरी खत्म हो जाएगा। पहला आप 1 पुट किया, 1 एक नैचुरल नंबर है p1, इट बिकम्स 1² + 1 दैट इज़ 2, 2 इज़ ईवन। सो रिजल्ट इज़ ट्रू फॉर n = 1, मतलब थोड़ा पता लग गया कि फस्ट साइकिल गिर चुका, ठीक है। नाउ स्टैप सैकेंड, सपोज दैट रिजल्ट इज़ ट्रू फॉर n = k कोई भी नैचुरल नंबर है जिहदे लई रिजल्ट ट्रू है, ठीक है। मतलब k अपने को कोई भी नैचुरल नंबर हो सकता है 1 या 1 तो बड़ा जिहदे लई रिजल्ट आप मान के चल पे भी साडे कोल ट्रू हैगा, ठीक है। k कोई भी ठीक है। उस तो बाद स्टैप थर्ड इसका मतलब कि जे k दे लई k दे लई रिजल्ट ट्रू है तो आप कह सकते भी k² + k इज़ ईवन, ठीक है। नाउ वी हैव टू प्रूव रिजल्ट इज़ ट्रू फॉर n = k + 1। हमेशा याद रखियो जब भी तुसी थर्ड स्टैप प्रूव करना होएगा ना, उस थर्ड स्टैप नू प्रूव करने के लिए यू हैव टू यूज योर सैकेंड स्टैप, ठीक है। n = k + 1 लिए आप रिजल्ट ट्रू करने, मतलब कि जो आप पूरे k + 1 पुट करिए तो भी साडे कोल स्टेटमेंट ईवन होएगी। आप k + 1 पुट करता, इट बिकम्स k + 1 दी होल स्क्वायर प्लस k + 1, k² + 1 + 2k + k + 1, k² + k + 2k + 1। From your second step, k² + k is a even, so this quantity is a even, and this is a k is a natural number, k belongs to कोई भी natural number है, कोई भी natural number दे विच 1 प्लस करांगे it becomes again natural number and multiply by 2 it is a even number, even plus even always even, so result is true for every natural number। हुण गल आई कि हर एक natural number वास्ते किमें true हो गया, वही कंडीशन देखो 1 दे लिए ट्रू सी, तुसीं मन्निया कि जे कोई रिजल्ट किसी k लिए ट्रू है तो तुसीं शो करना सी कि वो रिजल्ट उस तो अगले लिए ट्रू होएगा, है ना। तुसीं वो शो करता, थोनू पता है रिजल्ट 1 लिए ट्रू है, मान लो रे k 1 हो जाता है तो 1 लिए रिजल्ट ट्रू है तो तुसीं किस दे लिए ट्रू करता इस स्टैप दे विच, उस तो अगला 2 दे लिए ट्रू करता, दोबारा तो फिर ही प्रोसैसिंग ते वापस आ जाओ। हुण ये रिजल्ट किस दे लिए ट्रू हो चुका है, 2 दे लिए, k अपने को एक बार 2 हो जाएगा, जब k 2 हो गया तो आप रिजल्ट किस दे लिए ट्रू करता, उरे तो उस तो अगले लिए 3 लिए, अपने आप ही फिर 3 लिए ट्रू हो गया तो आप 4 लिए। इस तरीके नाल इहने सारे नैचुरल नंबर नूं बारी बारी चैक करी जाने अपने आप ही, एक मतलब टैक्नीक बन गई जिस नाल अपने आप ही ये चीज़ हो ही जाऊगी रिपीट, k दी वैल्यू बारी बारी चेंज हो जाऊगी तो सब सारे नैचुरल नंबर के लिए कंडीशन साडे कोल फुलफिल हो जाऊगी, ठीक है। दिस इज योर प्रिंसीपल ऑफ मैथमेटिकल इंडक्शन। आप इस दे नाल रिलेटेड हुण एक क्वेश्चन कर चुके हैं, मैं तुहानूं 2 क्वेश्चन होर करवानी है, तुहानूं होर भी कंसैप्ट क्लीयर हो जाएगा। स्टूडेंट्स देखो थोड़ी सैकेंड एक स्टेटमेंट है Pn, मैंने एक स्टेटमेंट ले ली n³ + 3n² + 5n + 3 इज़ डिविजिबल बाय 3 फॉर ऑल n बिलोंग्स टू नैचुरल नंबर। थोड़े को एक स्टेटमेंट देती तो थोनू कहता कि इसनू प्रूव करो सारे नैचुरल नंबर जब आप पूरे पुट करांगे ना, ऑल इज़ मतलब ऑल जिन्ने भी सारे नैचुरल नंबर हो सकते हैं 1 2 3 4 ऑल का मतलब ये अपने को एक मैथमैटिकल सिंबल है जोड़ा कि किसनू रिप्रजेंट करता है ऑल नू, ठीक है। भी सारे नैचुरल नंबर जोड़े कि n सैट नू बिलोंग करते हैं, बिलोंग का साइन है थोनू ऑलरेडी पता ही है, ठीक है। आपने शो करना है कि यही पूरे आप n की वैल्यू 1 लवांगे 2 लवांगे 3 लवांगे, आप सब के लिए रिजल्ट की करना है ट्रू करना है। जब आप कोई भी चीज़ सारे नैचुरल नंबर के लिए ट्रू करनी है तो आप केड़ा प्रिंसीपल लगाओगे, मैथमेटिकल ऑफ इंडक्शन। तो इजीली पहला मैं इस स्टेटमेंट n = 1 के लिए ट्रू करूँगी, n = 1 के लिए स्टेटमेंट क्या जाएगी 1 + 3 + 5 + 3 इट बिकम्स 12।
12 is divisible by 3. So result is true for n is equal to 1. Now we have to prove the result. Step second. Now we suppose the result is true for n is equal to k. Suppose the result, ਤੁਹਾਨੂੰ ਪਤਾ ਹੀ ਹੈ ਆਪਾਂ already ਕਰ ਚੁੱਕੇ. Suppose the result is true for n is equal to k. ठीक है, ਆਪਾਂ ਹੁਣ ਪ੍ਰੂਵ ਕਰਨੇ ਕਿ ਰਿਜ਼ਲਟ n ਇਕੁਅਲ ਟੂ k ਦੇ ਲਈ ਮੰਨ ਕੇ ਚੱਲ ਪਾਂਗੇ ਕਿ ਰਿਜ਼ਲਟ n ਇਕੁਅਲ ਟੂ k ਲਈ ਟਰੂ ਹੈਗਾ। ਠੀਕ ਹੈ, ਆਪਾਂ ਹੁਣ n ਇਕੁਅਲ ਟੂ k ਲਈ ਮੰਨ ਕੇ ਚੱਲ ਪਾਂਗੇ ਕਿ ਰਿਜ਼ਲਟ ਟਰੂ ਹੈਗਾ। ਮਤਲਬ ਜੇ ਆਪਾਂ ਉਰੇ n ਨੂੰ k ਪੁੱਟ ਕਰਦੇ ਹਾਂ, ਦਿਸ ਕੰਡੀਸ਼ਨ ਇਜ਼ ਟਰੂ। ਤੁਹਾਨੂੰ ਇੱਕ ਗੱਲ ਪਤਾ ਨਾ ਉੱਥੇ, ਜੇ ਕੋਈ ਨੰਬਰ ਕਿਸੇ ਵੀ 3 ਨਾਲ ਮੰਨ ਲਓ ਡਿਵੀਜ਼ੀਬਲ ਹੈ, ਮੰਨ ਲਓ 6 ਹੈ, 3 ਨਾਲ ਡਿਵੀਜ਼ੀਬਲ ਹੈ, ਵੀ ਕੈਨ ਰਾਈਟ ਇਟ ਦਾ ਮਲਟੀਪਲ ਆਫ 3। 12 ਹੈ, 3 into 4 ਲਿਖ ਸਕਦੇ ਹੋ, 50 ਨੂੰ 3 into 5 ਲਿਖ ਸਕਦੇ ਹੋ। ਮਤਲਬ ਆਪਾਂ ਉਸ ਨੂੰ ਜਿਹੜਾ ਵੀ ਨੰਬਰ, ਕੋਈ ਵੀ ਆਪਣੇ ਕੋਲ ਨੰਬਰ ਜੇ ਕਿਸੇ ਨਾਲ ਡਿਵੀਜ਼ੀਬਲ ਹੋਵੇ ਤਾਂ ਆਪਾਂ ਉਸ ਨੂੰ ਐਕਸਪ੍ਰੈਸ ਕਰ ਸਕਦੇ ਹੋ ਉਸਦੇ ਮਲਟੀਪਲਾਈ ਦੇ ਵਿੱਚ। ਹੁਣ ਜੇ ਆਪਾਂ ਲੈ ਕੇ ਚੱਲ ਪਏ ਕਿ ਰਿਜ਼ਲਟ n ਇਜ਼ ਇਕੁਅਲ ਟੂ k ਲਈ ਟਰੂ ਹੈ, ਇਸਦਾ ਮਤਲਬ ਕਿ ਜੇ ਆਪਾਂ ਉੱਥੇ n ਇਕੁਅਲ ਟੂ k ਪੁੱਟ ਕਰਦੇ ਹਾਂ, ਜਿਹੜਾ ਵੀ ਆਨਸਰ ਆਏਗਾ ਇਟ ਇਜ਼ ਡਿਵੀਜ਼ੀਬਲ ਬਾਈ 3 k ਕਿਊਬ plus 3k square plus 5k plus 3 is divisible by 3. If this is divisible by 3, then we write it as a multiple of 3, k cube plus 3k square plus 5k plus 3 is equal to 3 ए लगा लो बिकॉज ਆਪਾਂ ਨੇ ਲੈ ਲਿਆ ਇਸ ਨੂੰ 3 ਦਾ ਕੁਝ ਮਲਟੀਪਲ, ਕਿਉਂਕਿ ਇਹ ਨੰਬਰ 3 ਨਾਲ ਸਾਡੇ ਕੋਲ ਕੀ ਹੈ ਡਿਵੀਜ਼ੀਬਲ ਹੈਗਾ। ਆਪਾਂ ਲੈ ਕੇ ਚੱਲ ਪਏ ਥਰਡ ਸਟੈਪ 'ਚ ਆਪਾਂ ਕੀ ਕਰਨਾ ਹੋਏਗਾ। ਤੁਹਾਨੂੰ ਮੈंने ਇਹ ਗੱਲ ਕਹੀ ਸੀ ਕਿ ਜਿਹੜਾ ਤੁਹਾਡਾ ਸੈਕਿੰਡ ਸਟੈਪ ਹੈ ਹਮੇਸ਼ਾ ਤੁਹਾਡੇ ਥਰਡ ਸਟੈਪ ਵਿੱਚ ਯੂਜ਼ ਹੋਏਗਾ ਹੀ ਹੋਏਗਾ, ਕਿਉਂਕਿ ਜੇ ਹੋ ਰਿਹਾ ਤਾਂ ਹੀ ਤੁਸੀਂ ਅਗਲਾ ਸਟੈਪ ਅਪਰੂਵ ਕਰ ਰਹੇ ਹੋ। ਠੀਕ ਹੈ, ਆਪਾਂ n ਇਜ਼ ਇਕੁਅਲ ਟੂ k+1 ਦੇ ਲਈ ਰਿਜ਼ਲਟ ਟਰੂ ਕਰਾਂਗੇ ਕਿ ਜੇ ਆਪਾਂ n ਨੂੰ k+1 ਪੁੱਟ ਕਰ ਦਿੰਦੇ ਹਾਂ ਕਿ ਇਹ ਰਿਜ਼ਲਟ n ਇਕੁਅਲ ਟੂ k+1 ਦੇ ਲਈ ਟਰੂ ਹੁੰਦਾ। ਜੇ ਆਪਾਂ ਉਰੇ n ਨੂੰ k+1 ਪੁੱਟ ਕੀਤਾ, ਇਟ ਬਿਕਮਸ k+1 ਦੀ ਹੋਲ ਕਿਊਬ ਪਲੱਸ 3k+1 ਦੀ ਹੋਲ ਸਕੇਅਰ ਪਲੱਸ 5k+1 ਪਲੱਸ 3। ਠੀਕ ਹੈ, ਹੁਣ ਮੈਂ ਇਸ ਨੂੰ ਸੋਲਵ ਕਰਦੀ ਹਾਂ। ਇਟ ਬਿਕਮਸ k ਕਿਊਬ ਪਲੱਸ 1 ਪਲੱਸ 3k ਸਕੇਅਰ ਪਲੱਸ 3k, ਮੈਂ ਫਾਰਮੂਲਾ ਲਗਾਤਾ ਇਹ 3k ਸਕੇਅਰ, ਇਸਦੀ ਵੀ ਆइडेंटिटी लगाती, प्लस 3 प्लस 6k प्लस 5k प्लस 5 प्लस 3। ठीक है, ਹੁਣ ਆਪਾਂ ਜੀ ਇਸ ਟਰਮ ਨੂੰ ਵੀ 3 ਦੇ ਕੁਝ ਮਲਟੀਪਲ 'ਚ ਸ਼ੋ ਕਰਦਾ, ਦੈਨ ਦਿਸ ਇਜ਼ ਆਲਸੋ ਡਿਵੀਜ਼ੀਬਲ ਬਾਈ 3। ਮਤਲਬ n ਇਕੁਅਲ ਟੂ k+1 ਦੇ ਲਈ ਵੀ ਸਾਡੇ ਕੋਲ ਰਿਜ਼ਲਟ ਕੀ ਹੋ ਜਾਏਗਾ ਟਰੂ ਹੋ ਜਾਏਗਾ। ਤਾਂ ਆਪਣਾ ਬਾਈ ਯੂਜ਼ਿੰਗ ਮੈਥਮੈਟੀਕਲ ਇੰਡਕਸ਼ਨ ਇਹ ਰਿਜ਼ਲਟ ਸਾਰੇ ਨੈਚੁਰਲ ਨੰਬਰ ਦੇ ਲਈ ਕੀ ਹੋ ਜਾਏਗਾ ਟਰੂ ਹੋ ਜਾਏਗਾ। ਠੀਕ ਹੈ, ਹੁਣ ਆਪਾਂ ਕੀ ਕਰਦੇ, ਜਿਹੜੇ ਸਾਨੂੰ ਸੈਕਿੰਡ ਸਟੈਪ ਦੇ ਵਿੱਚ ਵੈਲਿਊ ਪਤਾ ਹੈ ਉਸਦੀ ਵੈਲਿਊ ਆਪਾਂ ਨੂੰ ਪਤਾ 3a ਹੈ, ਆਪਾਂ ਇਸ ਸਟੈਪ ਨੂੰ ਇਕੱਠਾ ਰੱਖ ਲੈਣਾ ਹੈ। k ਕਿਊਬ this term this term this term and this term 3k square plus 5k plus 3। ਬਾਕੀ ਜਿਹੜੇ ਬਾਕੀ ਟਰਮਸ ਰਹਿ ਗਏ ਉਹਨੂੰ ਆਪਾਂ ਇਕੱਠਾ ਲਿਖ ਲੈਂਦੇ ਹਾਂ 6k and 3k 9k। ये भी लिखेगी 3k स्क्वायर प्लस 3599। ठीक है, इट बिकम्स 3a फ्रॉम योर सेकेंड स्टेप एंड वी फाइंड कॉमन 3k k स्क्वायर प्लस 3। नाउ अगेन कॉमन 3a प्लस 3k प्लस k स्क्वायर प्लस 3। This whole terms after solving becomes a multiple of 3. So this term is divisible by 3। मतलब n is equal to k+1 ਦੇ ਲਈ ਰਿਜ਼ਲਟ ਕੀ ਹੋਗਾ ਟਰੂ ਹੋ ਗਿਆ। ਜੇ ਆਪਾਂ k ਦੇ ਲਈ ਲੈ ਕੇ ਚੱਲੇ ਤਾਂ ਉਸ ਤੋਂ ਅਗਲੇ ਲਈ ਰਿਜ਼ਲਟ ਟਰੂ ਹੈ। ਇਸਦਾ ਮਤਲਬ ਕਿ ਜੇ 1 ਦੇ ਲਈ ਟਰੂ ਸੀ ਤਾਂ ਉਸ ਤੋਂ ਅਗਲੇ ਲਈ 2 ਲਈ ਟਰੂ ਹੋ ਗਿਆ। ਜੇ 2 ਲਈ ਟਰੂ ਹੋ ਗਿਆ ਮਤਲਬ ਕਿ ਰਿਜ਼ਲਟ ਉਸ ਤੋਂ ਅਗਲੇ ਲਈ 3 ਲਈ ਟਰੂ ਹੋ ਗਿਆ। ਇਸ ਤਰੀਕੇ ਨਾਲ ਦਿਸ ਰਿਜ਼ਲਟ ਇਜ਼ ਟਰੂ ਫॉर ਐਵਰੀ ਨੈਚੁਰਲ ਨੰਬਰ। ਠੀਕ ਹੈ, ਇਸ ਤਰੀਕੇ ਨਾਲ ਤੁਸੀਂ ਡਿਵੀਜ਼ੀਬਲ ਵਾਲੇ ਕੁਐਸਚਨ ਤੇ ਸਟੇਟਮੈਂਟ ਵਾਲੇ ਕੁਐਸਚਨ ਕਰ ਸਕਦੇ ਹੋ। ਬੱਚੇ ਇਹ ਤੁਹਾਡੇ NCERT ਦਾ 4th ਚੈਪਟਰ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ, ਉਸ ਦੇ ਵਿੱਚ ਤੁਹਾਡੇ ਜਿੰਨੇ ਵੀ ਡਿਵੀਜ਼ੀਬਲ ਵਾਲੇ ਕੁਐਸਚਨ ਨੇ ਨਾ ਮੈਥਮੈਟੀਕਲ ਇੰਡਕਸ਼ਨ ਤੋਂ ਸਾਰੇ ਹੋ ਜਾਣਗੇ। ਤੇ ਜਿਹੜੇ ਸੀਰੀਜ਼ ਵਾਲੇ ਕੁਐਸਚਨ ਆ ਮੈਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰੂੰਗੀ। ਇਹਨਾਂ ਨੂੰ ਤੁਸੀਂ ਟਰਾਈ ਕਰਿਓ। ਇਫ ਯੂ ਹੈਵ ਐਨੀ ਪ੍ਰੋਬਲਮ ਦੈਨ ਪਲੀਜ਼ ਆਸਕ ਮੀ।
ask to me. Okay, thank you.